हाँ भी प्यारे बच्चों, अज आपां गुरु अमरदास जी दे बारे पढ़ांगे। अपनी पाठ पुस्तक विच गुरु अमरदास जी के कुछ शब्द दिते गए हैं। पहला उन्हां दे जीवन बारे ते फिर उन्हां दीयां दित्तियां होईयां रचनावां उन्हां दी व्याख्या करांगे। श्री गुरु अमरदास जी सिखां दे तीजे गुरु सन। सिख जगत विच आप ने सिੱਖੀ ਦੇ प्रचार प्रसार ਦੇ ਨਾਲ पंगत विच बैठ के भोजन गुरु का लंगर छकण ਦੀ प्रेरणा स्थापित ਕਰਨ ਵਿੱਚ ਸ਼ਲਾਘਾਯੋਗ ਕਾਰਜ ਕੀਤਾ। ਜਿਹੜਾ ਅੱਜ ਆਪਾਂ ਦੇਖਦੇ ਹਾਂ ਕਿ ਹਰ ਗੁਰਦੁਆਰੇ ਦੇ ਵਿੱਚ, ਹਰ ਗੁਰੂ ਘਰ ਦੇ ਵਿੱਚ ਪੰਗਤ ਦੇ ਵਿੱਚ ਬੈਠ ਕੇ ਲੰਗਰ ਦੀ ਜੋ ਵਿਵਸਥਾ ਹੈ, ਲੰਗਰ ਛਕਿਆ ਜਾਂਦਾ ਹੈ। ਉਹਨਾਂ ਦੀ ਸ਼ੁਰੂਆਤ ਕਿਹਨਾਂ ਨੇ ਕੀਤੀ? ਗੁਰੂ ਅਮਰਦਾਸ ਜੀ ਨੇ। ਗੁਰੂ ਅਮਰਦਾਸ ਜੀ ਦਾ ਜਨਮ 1479 ਈਸਵੀ ਵਿੱਚ ਪਿੰਡ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਤੇਜਭਾਨ ਭੱਲਾ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੀ ਮਾਤਾ ਦਾ ਨਾਮ ਸੁਲੱਖਣੀ ਜੀ ਸੀ। ਗੁਰਗੱਦੀ 'ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਆਪ ਦਾ ਝੁਕਾਅ ਪਰਮਾਤਮਾ ਦੀ ਭਗਤੀ ਵੱਲ ਸੀ। ਆਪ ਦੀ ਨਿਮਰਤਾ ਅਤੇ ਸੇਵਾ ਉੱਪਰ ਖੁਸ਼ ਹੋ ਕੇ ਗੁਰੂ ਅੰਗਦ ਦੇਵ ਜੀ ਨੇ ਆਪ ਜੀ ਦੀ ਨਿਮਰਤਾ ਅਤੇ ਸੇਵਾ ਤੋਂ ਖੁਸ਼ ਹੋ ਕੇ ਆਪ ਜੀ ਨੂੰ ਗੁਰਗੱਦੀ ਬਖਸ਼ ਦਿੱਤੀ। ਉਸ ਸਮੇਂ ਆਪ ਜੀ ਦੀ ਉਮਰ 84 ਵਰ੍ਹਿਆਂ ਦੀ ਸੀ। ਆਪ ਦੁਆਰਾ ਵਸਾਏ ਗਏ ਗੋਬਿੰਦਵਾਲ ਨਗਰ ਦੀ ਅੱਜ ਵੀ ਪੂਰੀ ਮਹਿਮਾ ਹੈ। 1574 ਈਸਵੀ ਨੂੰ ਆਪ ਜੋਤੀ ਜੋਤ ਸਮਾ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੀ 17 ਰਾਗਾਂ ਵਿੱਚ ਬਾਣੀ ਉਪਲਬਧ ਹੈ। ਆਪ ਨੇ 12 ਸ਼ਬਦ, ਸਲੋਕ, ਚੌਪਦੇ, ਛੇਪਦੇ, ਛੰਦ, ਸਤਵਾਰਾਂ ਆਦਿ ਕਾਵਿ ਰੂਪਾਂ ਵਿੱਚ ਰਚਨਾ ਕੀਤੀ। ਆਪ ਦੁਆਰਾ ਰਚਿਤ ਆਨੰਦ ਸਾਹਿਬ ਦੀ ਬਾਣੀ ਨੂੰ ਗੁਰਮਤਿ ਕਾਵਿ ਵਿੱਚ ਸ਼੍ਰੋਮਣੀ ਸਥਾਨ ਹਾਸਲ ਹੈ। ਆਪ ਜੀ ਦੀ ਬਾਣੀ ਦੀ ਭਾਸ਼ਾ ਸਰਲ ਪੰਜਾਬੀ ਵਿੱਚ ਹੈ। ਗੁਰੂ ਜੀ ਨੇ ਲੋਕ ਧੁਨੀਆਂ ਅਤੇ ਲੋਕ ਛੰਦਾਂ ਨੂੰ ਉਚੇਚਾ ਮਹੱਤਵ ਦਿੱਤਾ। ਆਪ ਜੀ ਦੀ ਰਚਨਾ ਵਿੱਚੋਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦਾ ਸੰਦੇਸ਼ ਮਿਲਦਾ ਹੈ। ਇਸ ਪਾਠ ਪੁਸਤਕ ਵਿੱਚ ਉਹਨਾਂ ਦੀ ਬਾਣੀ ਦੇ ਕੁਝ ਅੰਸ਼ ਸ਼ਾਮਿਲ ਕੀਤੇ ਗਏ ਹਨ, ਕੁਝ ਸ਼ਬਦ ਸ਼ਾਮਿਲ ਕੀਤੇ ਗਏ ਹਨ। ਉਹਨਾਂ ਬਾਰੇ, ਉਹਨਾਂ ਦੀ ਵਿਆਖਿਆ ਅੱਜ ਆਪਾਂ ਇਸ ਪਾਠ ਦੌਰਾਨ ਕਰਨੀ ਹੈ। ਪਹਿਲਾ ਜੋ ਸ਼ਬਦ ਹੈ ਉਹਨਾਂ ਨੇ ਦਿੱਤਾ ਹੈ, ਮਨ ਤੂੰ ਜੋਤ ਸਰੂਪ ਹੈ। ਨਾਮ ਤੋਂ ਸਪਸ਼ਟ ਹੈ ਕਿ ਗੁਰੂ ਜੀ ਆਪਣੇ ਮਨ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਹੇ ਮਨ, ਤੂੰ ਪਰਮਾਤਮਾ ਦਾ ਅੰਸ਼ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਹੇ ਮਨ, ਤੂੰ ਉਸ ਪਰਮਾਤਮਾ ਦਾ ਅੰਸ਼ ਹੈ ਜੋ ਨਿਰਾ ਹੀ ਪਰਮਾਤਮਾ ਦਾ ਨੂਰ ਹੈ, ਪਰਮਾਤਮਾ ਦਾ ਪ੍ਰਕਾਸ਼ ਹੈ। ਮੂਲ ਪਛਾਣੈ ਤਾਂ ਸਹੁ ਜਾਣੈ, ਮਰਨ ਜੀਵਨ ਕੀ ਸੋਝੀ ਹੋਈ। ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਪਰਮਾਤਮਾ ਤੇਰੇ ਸਦਾ ਅੰਗ ਸੰਗ ਹੈ। ਪਰਮਾਤਮਾ ਦੀ ਸਿੱਖਿਆ ਲੈ, ਉਹਨਾਂ ਦੇ ਮਿਲਾਪ ਦਾ ਆਨੰਦ ਮਾਣ। ਗੁਰ ਪ੍ਰਸਾਦੀ ਇੱਕੋ ਜਾਣੈ, ਤਾਂ ਦੂਜਾ ਭਾਉ ਨਾ ਕੋਈ। ਗੁਰੂ ਸਾਹਿਬ ਦੱਸਦੇ ਹਨ ਕਿ ਪਰਮਾਤਮਾ ਤੋਂ ਬਿਨਾਂ ਤੇਰਾ ਕੋਈ ਨਹੀਂ ਹੈ। ਜੇ ਤੂੰ ਆਪਣਾ ਅਸਲ ਪਛਾਨਣਾ ਹੈ ਤਾਂ ਉਸ ਪ੍ਰਭੂ ਪਤੀ ਨਾਲ ਪ੍ਰੇਮ ਪਿਆਰ ਪਾ ਲੈ। ਤਦੋਂ ਤੈਨੂੰ ਇਹ ਸਮਝ ਵੀ ਆ ਜਾਵੇਗੀ ਕਿ ਆਤਮਕ ਮੌਤ ਕੀ ਚੀਜ਼ ਹੈ ਅਤੇ ਆਤਮਕ ਜ਼ਿੰਦਗੀ ਕੀ ਚੀਜ਼ ਹੈ। ਮਨ ਸ਼ਾਂਤ ਆਈ ਵੱਜੀ ਵਧਾਈ, ਤਾਂ ਹੋਆ ਪ੍ਰਵਾਨ। ਇਉਂ ਕਹਿ ਨਾਨਕ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤਾਂ ਗੁਰੂ ਸਾਹਿਬ ਜੀ ਅੱਗੇ ਦੱਸਦੇ ਹਨ
ਕਿ ਜਦੋਂ ਮਨੁੱਖ ਦੇ ਮਨ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ, ਪਰਮਾਤਮਾ ਦੀ ਭਗਤੀ ਨਾਲ ਮਨ ਜੁੜ ਜਾਂਦਾ ਹੈ, ਤਾਂ ਉਸ ਦੀ ਜੋਤ ਉਹਨਾਂ ਦੇ ਤੁਹਾਡੇ ਮਨ ਵਿੱਚ ਆਪਣਾ ਵਾਸ ਕਰ ਲੈਂਦੀ ਹੈ। ਇਸ ਕਰਕੇ ਆਪਣੇ ਆਪ ਨੂੰ ਸਮਝਾਉਂਦੇ ਹੋਏ ਗੁਰੂ ਜੀ ਕਹਿੰਦੇ ਹਨ ਕਿ ਹੇ ਮਨ, ਤੂੰ ਪਰਮਾਤਮਾ ਦਾ ਅੰਸ਼ ਹੈ, ਜੋ ਨਿਰਾ ਚਾਨਣ ਹੀ ਚਾਨਣ ਹੈ। ਤੂੰ ਆਪਣੇ ਉਸ ਅਸਲੇ ਨਾਲ ਆਪਣੀ ਸਾਂਝ ਪਾ ਲੈ। ਦੂਜਾ ਜੋ ਆਪਣਾ ਇਹਦੇ 'ਚ ਸ਼ਬਦ ਦੱਸਿਆ, ਸਤੀਆ ਇਹ ਨ ਆਖੀਐਨ। ਗੁਰੂ ਸਾਹਿਬ ਇਸ ਵਿੱਚ ਫਰਮਾਉਂਦੇ ਹਨ ਕਿ ਸਤੀ ਪ੍ਰਥਾ ਦਾ ਉਹਨਾਂ ਨੇ ਖੰਡਨ ਕੀਤਾ ਹੈ। ਸਤੀ ਪ੍ਰਥਾ ਬਾਰੇ ਆਪਾਂ ਸਭ ਜਾਣਦੇ ਹਾਂ ਕਿ ਪੁਰਾਣੇ ਸਮਿਆਂ ਵਿੱਚ ਜਦੋਂ ਕਿਸੇ ਔਰਤ ਦੇ ਪਤੀ ਦੀ ਮੌਤ ਹੋ ਜਾਂਦੀ ਤਾਂ ਉਸ ਔਰਤ ਨੂੰ ਵੀ ਜਿਉਂਦਿਆਂ ਹੀ ਪਤੀ ਦੀ ਚਿਤਾ ਦੇ ਨਾਲ ਸਾੜ ਦਿੱਤਾ ਜਾਂਦਾ ਸੀ। ਉਸ ਚੀਜ਼ ਦਾ ਗੁਰੂ ਸਾਹਿਬ ਨੇ ਵਿਰੋਧ ਕੀਤਾ ਕਿ ਇਹ ਪ੍ਰਥਾ ਬਹੁਤ ਗਲਤ ਹੈ। ਉਸ ਦਾ ਖੰਡਨ ਕਰਦੇ ਹੋਏ ਗੁਰੂ ਜੀ ਨੇ ਇਹ ਸ਼ਬਦ ਦੀ ਰਚਨਾ ਕੀਤੀ ਅਤੇ ਨਾਲ ਹੀ ਉਦਾਹਰਣ ਵਜੋਂ ਸਮਝਾਉਂਦੇ ਹੋਏ ਇਹ ਦੱਸਦੇ ਹਨ ਕਿ ਸਤੀਆ ਇਹ ਨਾ ਆਖੀਆਂ ਨਾ ਜੋ ਮੜੀਆਂ ਲੱਗ ਜਲਨ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਤੀ ਉਹ ਨਹੀਂ ਜੋ ਆਪਣੇ ਪਤੀ ਦੇ ਨਾਲ ਉਸ ਦੀ ਚਿਖਾ ਵਿੱਚ, ਉਸ ਦੀ ਮੜੀ ਵਿੱਚ ਜਲ ਗਈ। ਨਾਨਕ ਸਤੀਆ ਜਾਣੀਐ ਜੇ ਵਿਰਹਿ ਚੋਟ ਮਰਨ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਸਲ ਸਤੀ ਇਸਤਰੀ ਉਹ ਹੈ ਜੋ ਆਪਣੀ ਪਤੀ ਦੇ ਵਿਛੋੜੇ ਵਿੱਚ, ਪਤੀ ਦੇ ਵਿਛੋੜੇ ਦੀ ਸੱਟ ਨਾਲ ਪਲ ਪਲ ਮਰਦੀ ਹੈ। ਪੀਸੋ ਸਤੀਹਨ ਜਾਣੀਐ ਸੀਲ ਸੰਤੋਖ ਰਹਨ। ਸੇਵਨ ਸਾਈਂ ਆਪਣਾ ਨਿਤ ਉੱਠ ਸੰਭਾਲਿਅਨ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਸਲ ਸਤੀ ਉਸ ਨੂੰ ਕਿਹਾ ਜਾਂਦਾ ਹੈ ਜੋ ਸੁੱਚੇ ਆਚਰਣ ਰੂਪੀ ਸੰਤੋਖ ਨਾਲ ਆਪਣੇ ਚਰਿੱਤਰ ਨੂੰ ਵਫਾਦਾਰ ਬਣਾ ਕੇ ਆਪਣੇ ਧਰਮ ਦੇ ਪ੍ਰਤੀ ਦ੍ਰਿੜ ਰਹਿੰਦੀ ਹੈ। ਸੇਵਨ ਸਾਈਂ ਆਪਣਾ ਨਿਤ ਉੱਠ ਸੰਭਾਲਿਅਨ, ਅਤੇ ਆਪਣੇ ਪਤੀ ਦੀ ਯਾਦ ਵਿੱਚ ਹਮੇਸ਼ਾ ਬਣੀ ਰਹਿੰਦੀ ਹੈ। ਕੰਤਾਂ ਨਾਲ ਮਹੇਲੀਆਂ ਸੇਤੀ ਅੱਗ ਜਲਾ। ਜੇ ਜਨ ਹੈ ਫਿਰ ਆਪਣਾ ਤਾਂ ਤਨ ਦੁੱਖ ਸਹਾ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਸਲ ਸਤੀ ਇਸਤਰੀ ਉਹ ਹੈ ਜੋ ਜਿਉਂਦੇ ਜੀ ਆਪਣੇ ਪਤੀ ਦੀ ਸੇਵਾ ਕਰਦੀ ਹੈ, ਪਤੀ ਨੂੰ ਆਪਣਾ ਸਮਝਦੀ ਹੈ, ਉਸ ਦੇ ਦੁੱਖ ਸੁੱਖ ਉਸ ਦੇ ਨਾਲ ਸਹਿੰਦੀ ਹੈ। ਨਾਨਕ ਕੰਤ ਨ ਜਾਣੀਐ ਸੇ ਕਿਉ ਅੱਗ ਜਲਾ। ਭਾਵੈ ਜੀਵ ਹੈ ਕਹਿ ਮਰਹੋ ਦੂਰੋਂ ਹੀ ਭਜ ਜਾ। ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਜੋ ਪਤੀ ਦੇ ਦੁੱਖ ਨੂੰ ਦੁੱਖ ਨਹੀਂ ਜਾਣਦੀ, ਜੋ ਉਸ ਦਾ ਦੁੱਖ ਨਹੀਂ ਸਹਿੰਦੀ, ਉਹ ਸਤੀ, ਉਹ ਪਤਨੀ ਕਹਾਉਣ ਦੇ ਲਾਇਕ ਨਹੀਂ, ਨਾ ਹੀ ਉਹ ਸਤੀ ਦਾ ਪਾਖੰਡ ਕਰਨ ਦੇ ਲਾਇਕ ਹੈ। ਦੁੱਖ ਸੁੱਖ ਵੇਲੇ ਉਸ ਦੇ ਕੋਲ, ਉਸ ਦੇ ਨਾਲ ਜੋ ਚੱਲਦੀ ਹੈ ਅਸਲ ਇਸਤਰੀ ਉਹੀ ਹੈ, ਉਹੀ ਸਤੀ ਹੈ। ਉਹ ਲੋੜ ਵੇਲੇ ਨੇੜੇ ਨਹੀਂ ਢੁਕਦੀ। ਭਾਵੇਂ ਪਤੀ ਸੁਖੀ ਹੋਵੇ ਭਾਵੇਂ ਦੁਖੀ, ਉਸ ਨੂੰ ਸਤੀ ਨਹੀਂ ਕਿਹਾ ਜਾਂਦਾ। ਸੋ ਇਸ ਵਿੱਚ ਗੁਰੂ ਜੀ ਨੇ ਇੱਕ ਤਾਂ ਸਤੀ ਪ੍ਰਥਾ ਦਾ ਖੰਡਨ ਕੀਤਾ ਹੈ ਅਤੇ ਦੂਜਾ ਉਸ ਦੇ ਨਾਲ ਹੀ ਉਦਾਹਰਣ ਵਜੋਂ ਇਹ ਸਮਝਾਇਆ ਹੈ ਕਿ ਅਸੀਂ ਦੁਨਿਆਵੀ ਸੰਸਾਰਕ ਜੀਵਨ ਵਿੱਚ ਇੱਕ ਇਸਤਰੀ ਦਾ, ਇੱਕ ਔਰਤ ਦਾ ਆਪਣੇ ਪਤੀ ਪ੍ਰਤੀ ਕੀ ਫਰਜ਼ ਹੈ। ਸੋ ਇਹ ਦੋਨੋਂ ਸ਼ਬਦ
ਮਨ ਤੂੰ ਜੋਤ ਸਰੂਪ ਹੈ, ਇਸ ਨੂੰ ਤੇ ਸਤੀਆ ਇਹ ਨੇ ਆਖਿਆ, ਦੋਨਾਂ ਨੂੰ ਧਿਆਨ ਨਾਲ ਸਮਝ ਲੈਣਾ ਹੈ। ਇਸ ਵਿੱਚ ਅੱਗੇ ਜਿਵੇਂ ਦੱਸਿਆ ਪਹਿਲੇ ਸਰਲਾਰਥਾਂ 'ਚ ਕਿ ਇਹਨਾਂ ਵਿੱਚ ਇਹਨਾਂ ਦਾ ਸਾਰ ਪੁੱਛ ਲਿਆ ਜਾਂਦਾ ਹੈ। ਜਿਵੇਂ ਪ੍ਰਸ਼ਨ ਬਣਦਾ, ਸਤੀਆ ਇਹ ਨਾ ਆਖਿਅਨ ਸ਼ਬਦ ਦਾ ਸਾਰ, ਜਾਂ ਸਤੀਆ ਇਹ ਨਾ ਆਖਿਅਨ ਸ਼ਬਦ ਦਾ ਕੇਂਦਰੀ ਭਾਵ, ਮਨ ਤੋਂ ਜੋਤ ਸਰੂਪ ਹੈ ਸ਼ਬਦ ਦਾ ਕੇਂਦਰੀ ਭਾਵ ਲਿਖੋ। ਇਸ ਤਰ੍ਹਾਂ ਦੇ ਪ੍ਰਸ਼ਨ ਜੋ ਆਪਣੇ ਪੇਪਰਾਂ ਵਿੱਚ ਆਉਂਦੇ ਹੈ, ਸੋ ਇਸ ਸ਼ਬਦਾਂ ਨੂੰ ਧਿਆਨ ਨਾਲ ਸੁਣ ਕੇ ਆਪਣੀ ਨੋਟਬੁੱਕ 'ਤੇ ਕਰ ਲੈਣਾ। ਅਜੇ ਤਾਂ ਪ੍ਰੈਕਟੀਕਲ ਕਰਕੇ ਵੇਖਿਆ ਤਾਂ ਰਿਕਾਰਡਿੰਗ ਨਹੀਂ ਹੋਈ। ਨਵਾਂ ਹੈਗਾ ਸਕੈਨਰ ਚੱਕਿਆ ਸੀਗਾ ਅਤੇ ਉਹਦੇ 'ਚ ਪ੍ਰੈਕਟੀਕਲ ਤਾਂ ਹੋਈ। ਤੁਹਾਡਾ ਤਾਂ ਕੰਮ ਸੌਖਾ ਕਰੇ ਨਹੀਂ, ਆਪ ਤਾਂ ਮੱਥਾ ਪਤਾ ਕਿੱਥੋਂ ਕਿਤਾਬਾਂ ਮਿਲਦੀਆਂ ਮਿਲਦੀਆਂ ਤਾਂ ਕਹਿ ਦਿੰਦੇ ਕਿਤਾਬਾਂ ਲੱਭ ਕੇ ਲੈ। ਸੈਕਿੰਡ ਹੋ ਗਿਆ। ਥਰਡ ਦਾ ਮੈਂ ਫਿਰ ਲੈਸਨ ਸ਼ੁਰੂ ਕਰਤਾ, ਸਰਲਾਰਥ ਦਾ ਅਰਥ। ਸਹੀ ਹੈ, ਠੀਕ ਹੈ ਨਾ। ਚੌਥੀ ਦਾ ਵੀ ਐਵੇਂ ਕਰਤਾ, ਪੰਜਵੀਂ ਦਾ ਵੀ ਅੱਜ ਐਵੇਂ ਹੀ ਕਰ ਦਿੰਦੇ। ਹੁਣ ਲੈਸਨ ਸ਼ੁਰੂ ਕਰਾਂਗੇ ਤਾਂ ਹੀ ਹੈ ਲੈਸਨ ਨਾਲ ਚੱਲੂਗਾ। ਹੁਣ ਗ੍ਰਾਮਰ ਕਿੰਨੀ ਕੁ ਦੇਈ ਚੱਲਾਂਗੇ? ਹਾਂ, ਗ੍ਰਾਮਰ ਕਿੰਨੇ ਕੁ ਹੁੰਦੀ ਨਹੀਂ ਇਹਨਾਂ 'ਚ ਗ੍ਰਾਮਰ। ਦੇਖੋ, ਸੁਖਦਾਮ ਪਾਠ ਦਾ ਨਾਮ ਲਿਖਦਾ, ਕਠਿਨ ਸ਼ਬਦ ਸਰਲਾਰਥ ਦੇ, ਪਹਿਲੇ ਸਰਲਾਰਥ ਦੇ ਅਰਥ ਉਰਥ ਸਾਰੇ ਕੱਢ ਕੇ। ਮੈਂ ਤਾਂ ਰਿਕਾਰਡਿੰਗ ਹੀ ਨਹੀਂ, ਮੱਥਾ ਮਾਰੇ ਹੀ ਐਵੇਂ ਗਿਆ ਮੇਰਾ ਤਾਂ। ਹੈਲੋ, ਹਾਂ ਸੁਣ ਲਿਆ। ਹਾਂ